ਹੈਲੋ एवरीवन, ਅਸੀਂ ਕਰ ਰਹੇ ਹਾਂ ਬੀਐਡ ਫਸਟ ਈਅਰ ਦਾ ਜੋ ਸਾਡਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ ਦੇ ਇੱਥੇ ਲੈਕਚਰ ਚੱਲ ਰਹੇ ਨੇ। ਤਾਂ ਜਿਹਦੇ ਵਿੱਚ ਆਪਾਂ ਥਰਡ ਯੂਨਿਟ ਸਟਾਰਟ ਕੀਤੀ ਗਈ ਹੈ ਔਰ ਆਪਣੇ ਮੈਥਡਸ ਕਰ ਰਹੇ ਹਾਂ ਕਿ ਪੋਇਟਰੀ, ਪ੍ਰੋਜ਼, ਕੰਪੋਜੀਸ਼ਨ ਜਾਂ ਫਿਰ ਗ੍ਰਾਮਰ ਨੂੰ ਕਿਸ ਕਿਸ ਸਟੈਪਸ ਰਾਹੀਂ ਜਾਂ ਕਿਸ ਕਿਸ ਮੈਥਡ ਰਾਹੀਂ ਅਸੀਂ ਪੜ੍ਹਾ ਸਕਦੇ ਹਾਂ। ਪਿਛਲੇ ਲੈਕਚਰ ਵਿੱਚ ਆਪਾਂ ਗ੍ਰਾਮਰ ਦਾ ਸਟਾਰਟ ਕੀਤਾ ਸੀ, ਟੀਚਿੰਗ ਆਫ ਗ੍ਰਾਮਰ, ਜਿਹਦੇ ਵਿੱਚ ਆਪਾਂ ਕੀਤਾ ਕਿ ਗ੍ਰਾਮਰ ਕੀ ਹੁੰਦੀ ਆ, ਵਿਆਕਰਣ ਕੀ ਹੁੰਦੀ ਆ, ਸਾਡੇ ਲਈ ਇਹਦੀ ਕੀ ਜ਼ਰੂਰਤ ਹੈ, ਨੀਡ ਐਂਡ ਇੰਪੋਰਟੈਂਸ ਕੀਤੀ। ਫਿਰ ਆਪਾਂ ਗੱਲ ਕੀਤੀ ਏਮਸ ਦੀ ਕਿ ਵਿਆਕਰਣ ਆਪਾਂ ਪੜ੍ਹਾ ਰਹੇ ਹਾਂ ਗ੍ਰਾਮਰ ਦੇ ਤਾਂ ਉਹਦੇ ਕੀ ਉਦੇਸ਼ ਹੋਣੇ ਚਾਹੀਦੇ ਨੇ। ਫਿਰ ਉਸ ਤੋਂ ਬਾਅਦ ਆਪਾਂ ਇਹਦੇ ਟਾਈਪਸ ਕੀਤੇ ਕਿਹੜੀਆਂ ਕਿਹੜੀਆਂ ਬਣਦੀਆਂ ਨੇ, ਜਿਹਦੇ ਵਿੱਚ ਆਪਾਂ ਥਿਓਰਟੀਕਲ ਤੇ ਅਪਲਾਈਡ ਦੀ ਗੱਲ ਕੀਤੀ ਸੀ। ਹੁਣ ਆਪਾਂ ਗੱਲ ਕਰਾਂਗੇ ਸਟੈਪਸ ਦੀ ਕਿ ਅਸੀਂ ਜਿਹੜਾ ਵਿਆਕਰਣ ਦੀ ਸਿੱਖਿਆ ਗੀ ਉਹਦੀਆਂ ਕਿਹੜੀਆਂ ਕਿਹੜੀਆਂ ਪ੍ਰਣਾਲੀਆਂ ਨੇ, ਕਿਸ ਕਿਸ ਤਰੀਕੇ ਨਾਲ ਅਸੀਂ ਵਿਆਕਰਣ ਦੀ ਜਿਹੜੀ ਸਿੱਖਿਆ ਉਹ ਦੇ ਸਕਦੇ ਹਾਂ। ਇੱਥੇ ਆਪਾਂ ਗੱਲ ਕਰਾਂਗੇ ਸਟੈਪਸ ਦੀ। किस चीज के स्टेप्स ने है? स्टेप्स ऑफ टीचिंग ऑफ ग्रामर, ग्रामर टीच करन दे स्टेप्स की गल करते हैं ਆਪਾਂ ਕਿਹੜੇ विधियां राही ਕਿਹੜੀਆਂ ਜਿਹੜੀਆਂ ਪ੍ਰਣਾਲੀਆਂ ਰਾਹੀਂ ਅਸੀਂ ਬੱਚਿਆਂ ਨੂੰ ਜਿਹੜੀ ਗ੍ਰਾਮਰ ਦੀ ਸਿੱਖਿਆ, ਵਿਆਕਰਣ ਦੀ ਸਿੱਖਿਆ ਅਸੀਂ ਦੇ ਸਕਦੇ ਹਾਂ। ਸਾਡੇ ਸਕੂਲਾਂ ਵਿੱਚ ਜਿਹੜੀ ਵਿਆਕਰਣ ਦੀ ਸਿੱਖਿਆ ਦੇਣ ਲਈ ਕਈ ਤਰੀਕੇ ਦੇ ਜਿਹੜੀਆਂ ਪ੍ਰਣਾਲੀਆਂ ਨੇ, ਕਈ ਤਰੀਕੇ ਦੀਆਂ ਜਿਹੜੀਆਂ ਵਿਧੀਆਂ ਨੇ ਉਹਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਅਸੀਂ ਵਿਆਕਰਣ ਦੀ ਸਿੱਖਿਆ ਮੁਹੱਈਆ ਕਰਵਾ ਸਕੀਏ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਥੇ ਸੂਤਰ ਵਿਧੀ ਦੀ ਕਿ ਸੂਤਰ ਵਿਧੀ ਰਾਹੀਂ ਅਸੀਂ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਵਿਆਕਰਣ ਦੀ ਸਿੱਖਿਆ ਕਿਵੇਂ ਦੇ ਸਕਦੇ ਹਾਂ। ਗੱਲ ਕਰਦੇ ਆਪਾਂ ਸੂਤਰ ਵਿਧੀ ਦੀ। ਸੂਤਰ ਵਿਧੀ ਮਤਲਬ ਵਿਦਿਆਰਥੀਆਂ ਨੂੰ ਕੁਝ ਜਿਹੜੇ ਸੂਤਰ ਨੇ ਵਿਆਕਰਣ ਦੇ, ਕੁਝ ਜਿਹੜੇ ਨਿਯਮ ਨੇ ਵਿਆਕਰਣ ਦੇ ਉਹਨਾਂ ਨੂੰ ਦੱਸ ਕੇ ਵਿਦਿਆਰਥੀਆਂ ਨੂੰ ਵਿਆਕਰਣ ਦੀ ਜਿਹੜੀ ਜਾਣਕਾਰੀ ਉਹ ਦਿੱਤੀ ਜਾਵੇ। ਇਸ ਪ੍ਰਣਾਲੀ ਦਾ ਪ੍ਰਯੋਗ ਵਿਸ਼ੇਸ਼ ਕਰਕੇ ਸੰਸਕ੍ਰਿਤ ਭਾਸ਼ਾ ਵਿੱਚ ਹੁੰਦਾ ਸੀਗਾ ਤੇ ਇਸ ਪ੍ਰਣਾਲੀ ਅਨੁਸਾਰ ਵਿਦਿਆਰਥੀਆਂ ਨੂੰ ਵਿਆਕਰਣ ਦੇ ਜਿਹੜੇ ਨਿਯਮ ਨੇ ਉਹ ਚੰਗੀ ਤਰ੍ਹਾਂ ਸਮਝਾਏ ਜਾਂਦੇ, ਵਿਆਕਰਣ ਦੇ ਜਿਹੜੇ ਸੂਤਰਾਂ ਦੇ ਰੂਪ ਵਿੱਚ ਉਹ ਨਿਯਮ ਨੇ ਉਹ ਯਾਦ ਕਰਵਾ ਦਿੱਤੇ ਜਾਂਦੇ। ਇੱਥੇ ਆਪਾਂ ਗੱਲ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਨੂੰ ਇੱਕ ਤਰੀਕਾ ਦਾ ਜਿਹੜਾ ਆਪਾਂ ਰੱਟੇ ਵੀ ਲਗਵਾ ਸਕਦੇ ਸੀ ਕਿ ਅਗਰ ਤੁਹਾਨੂੰ ਸਮਝ ਵਿੱਚ ਨਹੀਂ ਆ ਰਹੀ ਤਾਂ ਤੁਸੀਂ ਇਸ ਚੀਜ਼ ਨੂੰ ਯਾਦ ਕਰ ਲਓ ਕਿਉਂਕਿ ਇਹ ਵਿਆਕਰਣ ਦਾ ਜਿਹੜਾ ਨਿਯਮ ਹੈ ਉਹ ਜਿਹੜਾ ਸੈਂਟੈਂਸ ਬਣਾਉਣੇ ਨੇ ਜਾਂ ਵਿਆਕਰਣ ਦੇ ਭਾਸ਼ਾ ਨੂੰ ਕਿਵੇਂ ਆਪਾਂ ਸ਼ੁੱਧ ਰੂਪ ਵਿੱਚ ਲਿਖਣਾ ਜਾਂ ਸ਼ੁੱਧ ਰੂਪ ਵਿੱਚ ਬੋਲਣਾ ਉਹ ਇਸੇ ਹੀ ਨਿਯਮ ਦੇ ਜਿਹੜਾ ਅਧੀਨ ਆਉਣਾਗਾ। ਇਸ ਕਰਕੇ ਤੁਸੀਂ ਇਸ ਨਿਯਮ ਨੂੰ ਅਗਰ ਸਮਝ ਨਹੀਂ ਵੀ ਸਕ ਰਹੇ ਤਾਂ ਕਿ ਉਸ ਨੂੰ ਪ੍ਰੋਪਰ ਰੂਪ ਵਿੱਚ ਯਾਦ ਕੀਤਾ ਜਾਵੇ। ਜਦੋਂ ਫਿਰ ਤੁਸੀਂ ਉਸ ਦਾ ਯੂਜ਼ ਕਰਨਾ ਸ਼ੁਰੂ ਕਰੋਗੇ ਫਿਰ ਉਹ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਜਿਹੜੀਆਂ ਸਮਝ ਵਿੱਚ ਆਉਣ ਲੱਗ ਜਾਂਦੀਆਂ ਨੇ। ਇਸ ਕਰਕੇ ਇੱਥੇ ਜਿਹੜੇ ਨਿਯਮ ਨੇ ਉਹ ਪ੍ਰੋਪਰ ਯਾਦ ਕਰਵਾ ਦਿੱਤੇ ਜਾਂਦੇ ਸੀਗੇ। ਫਿਰ ਉਹਨਾਂ ਦੇ ਉਦਾਹਰਣ ਦੇ ਕੇ ਉਹਨਾਂ ਦੀ ਜਿਹੜੀ ਉਪਯੋਗਤਾ ਦੱਸੀ ਜਾਂਦੀ ਸੀਗੀ ਤਾਂ ਜਦੋਂ ਉਹ ਹੌਲੀ ਹੌਲੀ ਵਿਦਿਆਰਥੀ ਆਪਣੀ ਭਾਸ਼ਾ ਬੋਲਣ ਸਮੇਂ, ਲਿਖਣ ਸਮੇਂ ਉਹ ਵਰਤੋਂ ਵਿੱਚ ਲੈ ਆਉਂਦੇ ਸੀ ਤਾਂ ਉਹ ਫਿਰ ਉਹਨਾਂ ਨੂੰ ਜਿਹੜੇ ਨਿਯਮ ਸੀ ਜਾਂ ਜਿਹੜੇ ਸੂਤਰ ਸੀਗੇ ਉਹ ਕਿ ਆਪਣੇ ਆਪ ਜਿਹੜੇ ਸਮਝ ਲੱਗ ਜਾਂਦੇ ਸੀ। ਇਸ ਕਰਕੇ ਇਸ ਵਿਧੀ ਨੂੰ ਖਾਸ ਕਰਕੇ ਵਰਤਿਆ ਜਾਂਦਾ ਸੀ ਸਕੂਲਾਂ ਵਿੱਚ। ਅੱਜ ਵੀ ਜਿਹੜੀ ਇਸ ਵਿਧੀ ਜਿਹੜੀ ਹਰ ਭਾਸ਼ਾ ਵਿੱਚ ਵਰਤੀ ਜਾਂਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਜਿਹੜੇ ਗ੍ਰਾਮਰ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹਨਾਂ ਨੂੰ ਸਮਝਾਇਆ ਜਾ ਸਕੇ, ਉਹ ਜਿਹੜੇ ਨੇ ਯਾਦ ਕਰਵਾਈ ਜਾ ਸਕਣ। ਪਰ ਜਿਹੜੇ ਕਈ ਵਿਦਵਾਨ ਨੇ ਉਹ ਇਸ ਜਿਹੜੀ ਸੂਤਰ ਪ੍ਰਣਾਲੀ ਆ ਉਹਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਦੋਸ਼ਾਂ ਦੀ ਗੱਲ ਵੀ ਕੀਤੀ ਆ ਕਿ ਇਸ ਵਿਧੀ ਨੂੰ ਅਸੀਂ ਜਵਾਕਾਂ ਨੂੰ ਜਾਂ ਵਿਦਿਆਰਥੀਆਂ ਨੂੰ ਇਸ ਵਿਧੀ ਰਾਹੀਂ ਅਸੀਂ ਵਿਆਕਰਣ ਆ ਜਿਹੜੀ ਉਹ ਸਿਖਾ ਰਹੇ ਹਾਂ ਪਰ ਇੱਥੇ ਕੁਛ ਨੇ ਜਿਹੜੇ ਉਸਦੇ ਜਿਹੜੇ ਦੋਸ਼ ਵੀ ਨੇ। ਉਹਨਾਂ ਦਾ ਮੰਨਣਾ ਕਿ ਇਹ ਜਿਹੜੀ ਵਿਧੀ ਹੈ ਬੇਰਸਤੇ ਜਿਹੜੀ ਖੁਸ਼ਕ ਆ ਕਿ ਇਹ ਵਿਦਿਆਰਥੀਆਂ ਨੂੰ ਇਹ ਬੋਰਿੰਗ ਲੱਗਦੀ ਹੈ, ਇਹ ਉਹਨਾਂ ਦੀ ਰੁਚੀ ਦੇ ਅਨੁਸਾਰ ਨਹੀਂ ਹੈ ਕਿਉਂਕਿ ਇੱਥੇ ਚੀਜ਼ਾਂ ਸਮਝਣ ਤੋਂ ਜ਼ਿਆਦਾ ਉਹਨਾਂ ਨੂੰ ਜਿਹੜੀਆਂ ਯਾਦ ਕਰਨੀਆਂ ਪੈਂਦੀਆਂ ਨੇ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਵਿਧੀ ਨਾ ਨੀਰਸ ਆ ਤੇ ਇਸ ਨੂੰ ਜਿਹੜਾ ਥੋੜਾ ਰੌਚਿਕਤਾਪੂਰਨ ਅਗਰ ਜਿਹੜੀਆਂ ਚੀਜ਼ਾਂ ਵਿਦਿਆਰਥੀਆਂ ਨੂੰ ਸਿਖਾਈਆਂ ਜਾਂਦੀਆਂ ਨੇ ਉਹ ਜਲਦੀ ਯਾਦ ਹੋ ਜਾਂਦੀਆਂ ਨੇ। ਇਹ ਨੀਰਸ ਹੋਣ ਕਰਕੇ ਵਿਦਿਆਰਥੀਆਂ ਨੂੰ ਬਹੁਤਾ ਟਾਈਮ ਲੱਗਦਾ ਇਹ ਚੀਜ਼ਾਂ ਯਾਦ ਕਰਨ ਵਿੱਚ ਕਿਉਂਕਿ ਉੱਥੇ ਸਭ ਕੁਝ ਹੈ ਜਿਹੜਾ ਸਮਝਣ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ। ਇਸ ਨਾਲ ਬੱਚੇ ਦੇ ਮਨ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਭਾਰ ਪੈਂਦੇ ਆ, ਉਹ ਇਸ ਤਰੀਕੇ ਨਾਲ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਬੋਝ ਸਮਝਣ ਲੱਗ ਜਾਂਦੇ ਨੇ। ਕਈ ਵਾਰ ਉਦਾਹਰਨਾਂ ਦੀ ਘਾਟ ਕਰਕੇ ਜਿਹੜਾ ਸੂਤਰ ਹੁੰਦਾ ਉਹ ਨਿਰਾਰਥਕ ਹੋ ਜਾਂਦਾ ਗਾ, ਉਸਦੇ ਪ੍ਰਯੋਗ ਤੇ ਅਭਿਆਸ ਹੈ ਜਿਹੜਾ ਉਹ ਬਹੁਤ ਘੱਟ ਹੁੰਦਾ। ਉਹਦੀ ਘਾਟ ਕਾਰਨ ਇਹ ਜਿਹੜਾ ਸਿੱਖਣਾ ਉਹ ਅਸੰਭਵ ਹੋ ਜਾਂਦਾ। ਜਦੋਂ ਉਹ ਉਹਨਾਂ ਦੀ
रूटीन विच वो लागू नहीं हुंदा, रूटीन विच जिहड़ी उसकी वरतों वो नहीं हुंदी, तो असीं उहनूं कह सकते हैं कि फिर वो विद्यार्थियों के बहुते समय लई की आ याद भी नहीं रहिंदा। याद कोई चीज़ उदों रहिंदी है जदों कि वो रूटीन विच आपां कह सकते हैं वो दैनिक कार्यां विच जिहड़ी अप्लाई होनी शुरू हो जाती है। तो ये सीगी सूत्र विधि की गल। अगे आपां गल करते हैं पाठ पुस्तक प्रणाली की। दूसरा पॉइंट आउंदा अपना पाठ पुस्तक प्रणाली। पाठ पुस्तक प्रणाली मतलब जिमें भी विद्यार्थियों को पाठ पुस्तक विच जिहड़ी ग्रामर दिती हुई है, जिन्ना भी पाठ आपां ग्रामर करने का पाठ पुस्तक विच दिता गया है, उसे ही आधार बना के जिहड़े विद्यार्थियों को व्याकरण की जिहड़ी सिक्ख्या वो दी जाए। व्याकरण दीयां जिहड़ियां परिभाषावां, जिहड़े अर्थ, जिहड़े नियम पाठ पुस्तक विच दिते हुंदे ने, उसे ही तरीके नाल जिहड़े असीं विद्यार्थियों को करवाउने आ। उन्ना क जिन्नी चीज़ आपां नूं पाठ पुस्तक विच व्याकरण बारे दसी गई है, आपां उसे नूं आधार बना के जिहड़ा विद्यार्थियों नूं के व्याकरण की जिहड़ी जानकारी है वो दे सकते हैं। अध्यापक इन्हां ही नियमां नूं याद करवाउंदा गा, इन्हां ही नियमां दे आपां कह सकते हैं कि रट्टे भी लगवाए जा सकते हैं, क्योंकि भाषा की शुद्धता इन्हां ही नियमां दे जिहड़ी अधीन मन्नी जाती है कि इन्हां नियमां नूं अगर असीं याद करके भाषा की वरतों करते हैं तो असीं भाषा का शुद्ध रूप वरतण विच कामयाब हो सकते हैं। तो उस तो बाद की करदा, जदों विद्यार्थी उन्हां नूं याद कर लैंदा तो उस तो बाद की हुंदा वा उहदे जिहड़े उदाहरण ने वो पेश कीते जाते हैं। उन्हां नूं ओह जिहड़ा रूटीन विच उन्हां नियमां नूं जिहड़ा वरतण लई असीं बच्चे नूं कहने उन्हां नूं फिर वरतना सिखाउने आ। फिर जिहड़े उन्हां नूं ये नियम ने, ये उदाहरण ने फिर उन्हां नूं समझ विच आउंदे ने, तो फिर रट्टा लाउण दी बजाय फिर की ओह चीज़ां नूं याद रखना स्टार्ट कर दिंदे ने। खास करके अगर आपां गल करिए अंग्रेजी विषय की, तो अंग्रेजी नूं सिखाउण करके जिहड़ी ये विधि ओह वधेरे वरतों विच लिआई जाती है। अध्यापकों द्वारा अंग्रेजी की जिहड़ी बुक विच व्याकरण के ग्रामर को लैके जो रूल्स एंड रैगूलेशन दिते गए होंगे ने, उन्होंने ही रूल एंड रैगूलेशन जो बच्चों को सिखा दिता जाता है। तो फिर हौले हौले उन्होंने तो खुद नूं जिहड़े आपां कह लईए कि सेंटेंस बनवाए जाते हैं, शुद्ध रूप में सेंटेंस सिखाए जाते हैं, तो उदाहरणों के राही जिहड़े बच्चों को चीज़ां समझाइयां जांदियां ने। तो जिहड़े विद्वान ने उन्होंने अनुसार कि विधि है जिहड़ी बहुती चंगी नहीं है। कई विद्वान कहते हैं कि ये विद्यार्थी रट्टे लाउण तो सिवा जिहड़ा होर कुछ नहीं कर सकते। वो जिस नियम की आपां उहनूं सिखलाई दे रहे हुंदे आ, उसे नियम नूं ओह रट्टे ला के उस नियम के जिहड़े उदाहरण सिखदा है। जदों वो नियम छड्ड के अगले जिहड़े नियम की गल हुंदी है, जदों वो अगले नियम बारे वो पढ़दा गा, अगले नियम नूं वो वरतों विच लिआउंदा, तो जिहड़ा पिछला नियम है जरूरी नहीं है कि उहदे याद रहे। हो सकता है कि वो जो रट्टा लाया सी वो रट्टा उत्थों तक ही रहे, तो वो अगले नियम उत्ते रट्टा लावे, अगले नियम नूं समझण दे चक्कर विच की है जिहड़ा पिछला नियम है उहदा वो भी छुट सकता है। इस करके ये जिहड़ी विधि है ये व्याकरण पढ़ाउण दी जां व्याकरण सिखाउण दी एक नीरस विधि मन्नी गई है कि ये भी कोई बहुत ही ज़्यादा रोचक नहीं है, बहुत ही ज़्यादा मनोविग्यानिक नहीं है। तो ये कुल मिला के अपनी जिहड़ी गल सीगी वो पाठ पुस्तक जिहड़ी विधि सीगी ओहदी गल कीती सी। अगे आपां गल करदे हां विश्लेषण प्रणाली जां प्रयोगशाला प्रणाली। विश्लेषण प्रणाली या फिर प्रयोगशाला प्रणाली। विश्लेषण प्रणाली या प्रयोगशाला जिहड़ी प्रणाली है उहदे अनुसार विद्यार्थियों नूं व्याकरण का कोई भी नियम समझाने वास्ते, व्याकरण का कोई भी जिहड़ा रूल रैगूलेशन है उन्होंने समझाने वास्ते विद्यार्थियों को उदाहरणों सहित उन्होंने जिहड़ी व्याख्या वो की जाती है। बहुत सारे जिहड़े उदाहरण उन्होंने दसते जाते हैं, फिर उहदे उत्ते प्रश्न उत्तर किए जाते हैं, जां फिर आपां कह सकते हैं कि आपां बहस विधि नाल भी उन्होंने सिखा सकते हैं। उन्होंने नियमां नूं बच्चों को वरतना जदों सिखाउणे उन्होंने नियमां नूं तो कुछ जिहड़े सेंटेंस ने बच्चों तो बनवाए जाते हैं, कुछ जिहड़े क्वेश्चन पूछ के उन्होंने आंसर लिखण वास्ते भी कहे जाते हैं, जां बोल के आंसर देण लई कहे जाते हैं। इस सिद्धांत द्वारा जिहड़ा विश्लेषण आ उस द्वारा
ਦੁਆਰਾ ਜਿਹੜਾ ਸਿਧਾਂਤ ਆ ਉਹ ਪੱਕੇ ਕੀਤੇ ਜਾਂਦੇ ਨੇ, ਉਸ ਦੁਆਰਾ ਜਿਹੜੇ ਰੂਲ ਤੇ ਰੈਗੂਲੇਸ਼ਨ ਨੇ ਉਹ ਚੰਗੀ ਤਰੀਕੇ ਨਾਲ ਸਮਝਾਏ ਜਾਂਦੇ ਨੇ। ਤੇ ਫਿਰ ਉਸ ਜਿਹੜੇ ਵੀ ਸਿਧਾਂਤ ਨੂੰ ਆਪਾਂ ਸਿਖਾਉਣਾ ਚਾਹੁੰਦੇ ਆ ਪਹਿਲਾਂ ਉਹਨੂੰ ਪੱਕਾ ਕੀਤਾ ਜਾਂਦਾ, ਫਿਰ ਉਸਦੇ ਜਿਹੜਾ ਵਰਤੋਂ ਵਿੱਚ ਲਿਆਂਦਾ ਜਾਂਦਾ, ਉਸਦਾ ਜਿਹੜਾ ਪ੍ਰਯੋਗ ਆ ਉਹ ਬੱਚਿਆਂ ਦੁਆਰਾ ਕਰਵਾਇਆ ਜਾਂਦਾ ਹੈ। ਅਗਰ ਆਪਾਂ ਇੱਥੇ ਐਗਜ਼ਾਮਪਲ ਦੀ ਗੱਲ ਕਰੀਏ, ਉਦਾਹਰਣ ਦੇ ਤੌਰ ਤੇ ਆਪਾਂ ਗੱਲ ਕਰਦੇ ਹਾਂ ਕਿ ਦਵੰਦ ਸਮਾਸ ਸਿਖਾਉਣ ਲਈ ਪਹਿਲਾਂ ਉਦਾਹਰਣ ਦਿੱਤੇ ਜਾਂਦੇ ਹਨ, ਜਿਵੇਂ ਦਿਨ ਰਾਤ, ਪਸ਼ੂ ਪੰਛੀ, ਸੁੱਖ ਦੁੱਖ ਆਦਿ। ਫਿਰ ਉਸ ਤੋਂ ਬਾਅਦ ਇਹਨਾਂ ਸ਼ਬਦਾਂ ਦੀ ਜਿਹੜੀ ਸਧਾਰਨ ਵਿਸ਼ੇਸ਼ਤਾ ਹੈ ਉਹਨਾਂ ਉੱਪਰ ਜ਼ੋਰ ਦੇ ਕੇ ਜਿਹੜਾ ਦਵੰਦ ਸਮਾਸ ਆ ਉਹ ਬੱਚਿਆਂ ਨੂੰ ਸਿਖਾ ਦਿੱਤਾ ਜਾਂਦਾ ਹੈ। ਇਹ ਸੀ ਆਪਣੀ ਗੱਲ ਜਿਹੜੀ ਵਿਸ਼ਲੇਸ਼ਣ ਪ੍ਰਣਾਲੀ ਦੀ। ਫਿਰ ਅੱਗੇ ਆਪਾਂ ਗੱਲ ਕਰਦੇ ਹਾਂ ਨਿਗਮਨ ਪ੍ਰਣਾਲੀ। 4th ਨੰਬਰ ਆਪਣਾ ਪੁਆਇੰਟ ਹੈ ਨਿਗਮਨ ਪ੍ਰਣਾਲੀ। ਨਿਗਮਨ ਪ੍ਰਣਾਲੀ ਕੀ ਕਹਿੰਦੀ ਹੈ? ਇਹ ਨਿਗਮਨ ਪ੍ਰਣਾਲੀ ਵਿੱਚ ਸਭ ਤੋਂ ਪਹਿਲਾਂ ਵਿਆਕਰਣ ਦੇ ਸਧਾਰਨ ਨਿਯਮਾਂ ਨੂੰ ਰੱਖ ਦਿੱਤਾ ਜਾਂਦਾ ਹੈ, ਬਾਅਦ ਵਿੱਚ ਉਦਾਹਰਣਾਂ ਦੁਆਰਾ ਜਿਹੜਾ ਨਿਯਮਾਂ ਨੂੰ ਉਹ ਸਿੱਧ ਕੀਤਾ ਜਾਂਦਾ ਹੈ, ਜਿਸ ਰਾਹੀਂ ਕਿ ਬੱਚੇ ਨੂੰ ਜਿਹੜੇ ਨਿਯਮ ਨੇ ਉਹ ਚੰਗੀ ਤਰੀਕੇ ਨਾਲ ਸਮਝ ਆ ਸਕਣ। ਬਾਅਦ ਵਿੱਚ ਜਿਹੜੇ ਉਦਾਹਰਣ ਨੇ ਉਹਨਾਂ ਨੂੰ ਇਸੇ ਨਿਯਮ ਦੁਆਰਾ ਸਿੱਧ ਕਰਕੇ ਨਿਯਮ ਤੋਂ ਉਦਾਹਰਣ ਨੂੰ ਨਿਯਮ ਨੂੰ ਸਿੱਧ ਕੀਤਾ ਜਾਂਦਾ ਹੈ, ਤੇ ਜਿਹੜੇ ਨਿਯਮ ਨੇ ਉਹਨਾਂ ਨੂੰ ਉਦਾਹਰਣਾਂ ਵੱਲ ਚੱਲਣ ਲਈ ਕਿਹਾ ਜਾਂਦਾ ਹੈ। ਤਾਂ ਇਸ ਕਰਕੇ ਇਹਨਾਂ ਨੂੰ ਇੱਕ ਦੂਜੇ ਦਾ ਜਿਹੜਾ ਪੂਰਕ ਆ ਉਹ ਉੱਥੇ ਬਣਾਇਆ ਜਾਂਦਾ ਹੈ। ਇਸ ਵਿੱਚ ਸਧਾਰਨ ਤੋਂ ਜਿਹੜਾ ਵਿਸ਼ੇਸ਼ ਆ ਉਹਦੇ ਵੱਲ ਜਿਹੜਾ ਕੰਮ ਹੈ ਜਾਂ ਉਹਦੇ ਵੱਲ ਜਿਹੜਾ ਧਿਆਨ ਉਹ ਜ਼ਿਆਦਾ ਦਿੱਤਾ ਜਾਂਦਾ ਹੈ। ਸਧਾਰਨ ਤੋਂ ਲੈ ਕੇ ਫਿਰ ਪਹਿਲਾਂ ਸਿੰਪਲ, ਫਿਰ ਕੰਪਾਊਂਡ ਤੇ ਫਿਰ ਜਿਹੜਾ ਕੰਪਲੈਕਸਿਟੀ ਆ ਉਹਦੇ ਵੱਲ ਜਿਹੜਾ ਇੱਥੇ ਜਾਇਆ ਜਾਂਦਾ ਹੈ। ਆਪਾਂ ਇਹਨੂੰ ਸਧਾਰਨ ਤੋਂ ਵਿਸ਼ੇਸ਼ ਦੀ ਗੱਲ ਕਰਦੇ ਹਾਂ। ਜਨਰਲ ਟੂ ਸਪੈਸੀਫਿਕ ਜਿਹੜਾ ਨਿਗਮਨ ਵਿਧੀ ਦਾ ਨਿਗਮਨ ਵਿਧੀ ਹੈ ਜਿਹੜੀ ਵਿਆਕਰਣ ਸਿਖਾਉਣ ਵਾਸਤੇ, ਵਧੇਰੇ ਵਿਦਵਾਨ ਜਿਹੜੀ ਪ੍ਰਣਾਲੀ ਨੂੰ ਅਣਮਨੋਵਿਗਿਆਨਿਕ ਦੱਸਦੇ ਆ। ਉਹਨਾਂ ਦੇ ਅਨੁਸਾਰ ਇਹ ਜਿਹੜੀ ਪ੍ਰਣਾਲੀ ਉਹਨਾਂ ਨੇ ਚੰਗੀ ਨਹੀਂ ਮੰਨੀ ਹੈ। ਇਹਦੇ ਵਿੱਚ ਕਿਹਾ ਗਿਆ ਕਿ ਵਿਆਕਰਣ ਸਿੱਖਿਆ ਲਈ ਇਸ ਨੂੰ ਵਿਅਰਥ ਮੰਨਿਆ ਜਾਂਦਾ ਹੈ। ਇਸ ਵਿੱਚ ਜੋ ਵੀ ਬੱਚਾ ਸਿੱਖਦਾ ਹੈ ਉਹ ਬਿਨਾਂ ਸੋਚੇ ਸਮਝੇ ਹੀ ਜਿਹੜਾ ਰੱਟਾ ਲਾਉਣਾ ਉਹ ਸਟਾਰਟ ਕਰ ਦਿੰਦਾ ਹੈ। ਇਸ ਕਰਕੇ ਬੱਚੇ ਨੂੰ ਸਮਝਾਉਣ ਲਈ ਇਹ ਜਿਹੜੀ ਨਿਗਮਨ ਪ੍ਰਣਾਲੀ ਉਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਨਹੀਂ ਮੰਨੀ ਗਈ। ਪਰ ਫਿਰ ਵੀ ਇਸ ਪ੍ਰਣਾਲੀ ਦੇ ਬਹੁਤ ਸਾਰੇ ਗੁਣ ਹਨ। ਅਗਰ ਇਹਨਾਂ ਦੇ ਆਪਾਂ ਗੁਣਾਂ ਦੀ ਗੱਲ ਕਰਦੇ ਹਾਂ ਤਾਂ ਇਸ ਪ੍ਰਣਾਲੀ ਦਾ ਜਿਹੜਾ ਸਭ ਤੋਂ ਵੱਡਾ ਗੁਣ ਹੈ ਉਹ ਹੈਗਾ ਕਿ ਹੁਸ਼ਿਆਰ ਵਿਦਿਆਰਥੀ ਇਸ ਪ੍ਰਣਾਲੀ ਦੁਆਰਾ ਜਿਹੜਾ ਵਿਆਕਰਣ ਦੇ ਸੂਤਰ ਨੇ ਜਾਂ ਫਿਰ ਵਿਆਕਰਣ ਦੇ ਜਿਹੜੇ ਨਿਯਮ ਨੇ ਉਹ ਬਹੁਤ ਜਲਦੀ ਸਿੱਖ ਜਾਂਦੇ ਨੇ ਔਰ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਸਮਝ ਆ ਜਾਂਦਾ ਕਿ ਉਹ ਜਿਹੜੀਆਂ ਚੀਜ਼ਾਂ ਨੇ ਜਾਂ ਜਿਹੜੇ ਨਿਯਮ ਨੇ ਜਾਂ ਉੱਥੇ ਸੂਤਰ ਨੇ ਉਹ ਜਿਹੜਾ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਭਾਸ਼ਾ ਦਾ ਜਿਹੜਾ ਸ਼ੁੱਧ ਰੂਪ ਹੈ ਉਹਦੇ ਉੱਪਰ ਜਿਹੜਾ ਅਧਿਕਾਰ ਆ ਉਹ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਿਲ ਕਰ ਲੈਂਦੇ ਨੇ। ਇਸ ਨਾਲ ਜਿਹੜੀ ਬੱਚੇ ਦੀ ਵਿਆਕਰਣ ਸਿੱਖਣ ਦੀ ਗਤੀ ਹੁੰਦੀ ਉਹ ਵੀ ਵੱਧਦੀ ਹੈ ਤੇ ਇਸ ਵਿਧੀ ਨੂੰ ਜਿਹੜਾ ਉੱਚ ਸ਼੍ਰੇਣੀਆਂ ਲਈ ਇੱਕ ਵਧੀਆ ਮੰਨਿਆ ਗਿਆ ਕਿ ਉੱਚ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਇਹ ਵਿਧੀ ਬਹੁਤੇ ਲਾਹੇਮੰਦ ਸਾਬਿਤ ਹੋ ਸਕਦੀ ਹੈ। ਅੱਗੇ ਆਪਾਂ ਗੱਲ ਕਰਾਂਗੇ ਆਗਮਨ ਵਿਧੀ ਦੀ। ਜਿਹੜਾ ਆਪਣਾ 5th ਪੁਆਇੰਟ ਆ ਆਪਾਂ ਉੱਥੇ ਗੱਲ ਕਰ ਰਹੇ ਹਾਂ ਆਗਮਨ ਵਿਧੀ ਦੀ। ਆਗਮਨ ਵਿਧੀ ਨਿਗਮਨ ਵਿਧੀ ਦੀ ਜਿਹੜੀ ਆਪਾਂ ਇਹਨੂੰ ਉਲਟ ਕਹਿ ਸਕਦੇ ਹਾਂ, ਇਹਦੀ ਵਿਰੋਧੀ ਵਿਧੀ ਕਹਿ ਸਕਦੇ ਹਾਂ। ਇਸ ਵਿਧੀ ਵਿੱਚ ਨਿਗਮਨ ਵਿਧੀ ਦੇ ਉਲਟ ਹੈ, ਪਹਿਲਾਂ ਜਿਹੜੇ ਉਦਾਹਰਣ ਦਿੱਤੇ ਜਾਂਦੇ ਨੇ ਫਿਰ ਉਸ ਉਦਾਹਰਣਾਂ ਨੂੰ ਸਮਝਾਉਣ ਲਈ ਜਿਹੜੇ ਵਿਆਕਰਣ ਦੇ ਨਿਯਮ ਹੁੰਦੇ ਨੇ ਜਾਂ ਜਿਹੜੇ ਵਿਆਕਰਣ ਦੇ ਸੂਤਰ ਹੁੰਦੇ ਨੇ ਉਹਨਾਂ ਦੀ ਜਿਹੜੀ ਜਾਣਕਾਰੀ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਇਸ ਨਿਯਮ ਨੂੰ ਸਮਝਾਉਣ ਲਈ ਅਨੇਕਾਂ ਉਦਾਹਰਣ ਦੱਸੇ ਜਾਂਦੇ ਹਨ। ਇਸ ਵਿੱਚ ਜਿਹੜਾ ਗਿਆਤ ਤੋਂ ਅਗਿਆਤ ਵੱਲ ਚੱਲਿਆ ਜਾਂਦਾ ਹੈ। ਅਗਿਆਤ ਵੱਲ ਜਾਣ ਵਾਸਤੇ ਵਿਦਿਆਰਥੀਆਂ ਨੂੰ ਜਿਹੜੀਆਂ ਸਿੱਖਿਆ ਪ੍ਰਣਾਲੀਆਂ ਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਿੱਖਣ ਦੀਆਂ ਵਿਧੀਆਂ ਨੇ ਜਾਂ ਸਿੱਖ ਪ੍ਰਣਾਲੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਜਿਹੜੀ ਉੱਤਮ ਵਿਧੀ ਹੈ ਉਹ ਆਗਮਨ ਵਿਧੀ ਨੂੰ ਮੰਨਿਆ ਗਿਆ ਹੈ ਕਿ ਆਗਮਨ ਵਿਧੀ ਜਿਹੜੀ ਬੱਚਿਆਂ ਦੀ ਸਿੱਖਿਆ ਦੇਣ ਵਿੱਚ ਬਹੁਤ ਜ਼ਿਆਦਾ ਜਿਹੜੀ ਆਪਣਾ ਮਹੱਤਵਪੂਰਨ ਜਿਹੜੀ ਭੂਮਿਕਾ ਉਹ ਨਿਭਾਉਂਦੀ ਹੈ। ਤੇ ਇਸ ਵਿੱਚ ਪ੍ਰਯੋਗ ਦੁਆਰਾ ਜਦੋਂ ਵਿਆਕਰਣ ਦੇ ਨਿਯਮਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਜਾਂ ਫਿਰ ਆਪਾਂ ਕਿਸੇ ਵੀ ਸਿੱਖਿਆ ਦੀ ਗੱਲ ਕਰ ਲੈਂਦੇ ਹਾਂ ਤਾਂ ਉਹਦੇ ਵਿੱਚ ਵਿਦਿਆਰਥੀ ਨੂੰ ਜਿਹੜੀ ਸਮਝ ਉਹ ਚੀਜ਼ਾਂ ਦੀ ਜਲਦੀ ਆਉਂਦੀ ਹੈ ਕਿਉਂਕਿ ਪਹਿਲਾਂ ਜਿਹੜੇ ਉਦਾਹਰਣ ਉਹਦੇ ਅੱਗੇ ਪੇਸ਼ ਕੀਤੇ ਜਾ ਚੁੱਕੇ ਹੁੰਦੇ ਨੇ। ਫਿਰ ਕੀ ਆ ਜਿਹੜੇ ਉਹਦੇ ਸਧਾਰਨ ਸਿਧਾਂਤ ਉਹ ਦਿੱਤੇ ਜਾਂਦੇ ਨੇ, ਉਹਦੇ ਜਿਹੜੇ ਨਿਯਮ ਨੇ ਉਹਨਾਂ ਦੀ ਜਿਹੜੀ ਜਾਣਕਾਰੀ ਆ ਬਾਅਦ ਵਿੱਚ ਉਹ ਦਿੱਤੀ ਜਾਂਦੀ ਹੈ। ਕਦੀ ਕਦੀ ਉਦਾਹਰਣਾਂ ਦੇ ਕੇ ਬੱਚਿਆਂ ਨੂੰ ਖੁਦ ਤੋਂ ਉਹਦੀ ਪਰਿਭਾਸ਼ਾ ਬਣਾਉਣ ਵਾਸਤੇ ਜਾਂ ਉਹਦੇ ਨਿਯਮ ਨੇ ਜਿਹੜੇ ਉਹ ਬਣਾਉਣ ਲਈ ਕਹਿ ਦਿੱਤਾ ਜਾਂਦਾ ਹੈ ਜੋ ਵਿਦਿਆਰਥੀ ਨੂੰ ਉੱਥੇ ਐਕਟਿਵ ਰਹਿਣ ਦਾ ਜਾਂ ਫਿਰ ਵਿਦਿਆਰਥੀ ਦੀ ਜਿਹੜੀ ਕ੍ਰੀਏਟਿਵ ਸੋਚ ਹੈ ਉਹਨੂੰ ਡਿਵੈਲਪ ਕਰਨ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਸਹਾਇਕ ਹੋ ਸਕਦੀ ਹੈ। ਵਿਆਕਰਣ ਵਰਗੇ ਵਿਸ਼ੇ ਨੂੰ ਅਗਰ ਆਪਾਂ ਗੱਲ ਕਰੀਏ ਕਿ ਆਗਮਨ ਵਿਧੀ ਦੇ
ਨਾਲ ਅਸੀਂ ਰੋਚਕ ਬਣਾ ਸਕਦੇ ਹਾਂ। ਹੋਰ ਰੋਚਕ ਜਦੋਂ ਕੋਈ ਚੀਜ਼ ਬਣ ਜਾਂਦੀ ਹੈ ਤਾਂ ਵਿਦਿਆਰਥੀ ਉਹਨੂੰ ਜਿਹੜਾ ਬੜੀ ਆਸਾਨੀ ਨਾਲ ਸਿੱਖ ਜਾਂਦੇ ਨੇ। ਇਸ ਕਰਕੇ ਵਿਦਿਆਰਥੀਆਂ ਨੂੰ ਸਰਲ ਤੇ ਸੌਖੇ ਤਰੀਕੇ ਨਾਲ ਸਿਖਾਉਣ ਲਈ ਸਾਨੀ ਆਗਮਨ ਵਿਧੀ ਨੂੰ ਜਿੰਨਾ ਰੋਚਕ ਹੋ ਸਕਦਾ ਉਨਾ ਉਹ ਬਣਾਇਆ ਜਾ ਸਕਦਾ ਹੈ। ਇੱਥੇ ਵਿਦਿਆਰਥੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਰੱਟੇ ਲਾਉਣ ਦੀ ਬਜਾਏ ਜਿਹੜੀ ਸਮਝ ਕੇ ਵਿਦਿਆਰਥੀ ਉਹ ਜਿਹੜੇ ਰੂਲ ਰੈਗੂਲੇਸ਼ਨ ਨੇ ਵਿਆਕਰਣ ਦੇ ਉਹ ਸਿੱਖ ਜਾਂਦਾ ਹੈ। ਵਿਦਿਆਰਥੀ ਉਦਾਹਰਣਾਂ ਦੇ ਪ੍ਰਤੀ ਬਹੁਤ ਜਿਹੜੀ ਆਪਣੀ ਉਤਸੁਕਤਾ ਹੈ ਉਹ ਵੀ ਦਿਖਾਉਂਦਾ ਹੈ, ਜਿਸ ਨਾਲ ਕਿ ਉਹਦਾ ਜਿਹੜਾ ਧਿਆਨ ਹੈ ਉਹ ਪਾਠ ਵਿੱਚ ਲੱਗਿਆ ਰਹਿੰਦਾ, ਜਾਂ ਫਿਰ ਆਪਾਂ ਕਹਿ ਦਈਏ ਕਿ ਉਹਦਾ ਜਿਹੜਾ ਧਿਆਨ ਹੈ ਉਹ ਵਿਆਕਰਣ ਦੀ ਸਿੱਖਿਆ ਲੈਣ ਵਿੱਚ ਲੱਗਿਆ ਰਹਿ ਸਕਦਾ ਹੈ। ਆਪਾਂ ਹੁਣ ਗੱਲ ਕਰਦੇ ਹਾਂ ਕਿ ਜਿਹੜੀ ਆਗਮਨ ਵਿਧੀ ਆ ਉਹਨੂੰ ਤੇ ਆਪਾਂ ਕਿਸ ਤਰੀਕੇ ਨਾਲ ਸਿਖਾ ਸਕਦਾ। ਉਹਦੇ ਆਪਾਂ ਇੱਕ ਉਦਾਹਰਣ ਦੀ ਗੱਲ ਕਰਦੇ ਹਾਂ ਕਿ ਕਿਵੇਂ ਨਿਯਮਾਂ ਨੂੰ ਇੱਕ ਸਫਲਤਾ ਨਾਲ ਤੇ ਜਿਹੜਾ ਸਰਲ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਮਝਾਇਆ ਜਾ ਸਕਦਾ ਹੈ। ਇੱਥੇ ਗੱਲ ਕਰਦੇ ਹਾਂ ਕਿ ਅਗਰ ਅਧਿਆਪਕ ਵਿਸ਼ੇਸ਼ਣ ਪੜ੍ਹਾ ਰਿਹਾ, ਗ੍ਰਾਮਰ ਵਿੱਚ ਅਧਿਆਪਕ ਵਿਸ਼ੇਸ਼ਣ ਸਮਝਾ ਰਿਹਾ, ਤਾਂ ਅਧਿਆਪਕ ਇੱਕ ਜਿਹੜਾ ਉੱਥੇ ਉਦਾਹਰਣ ਨੇ ਉਹ ਪਹਿਲਾਂ ਬੱਚਿਆਂ ਨੂੰ ਦਿਓ। ਜਿਵੇਂ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਬਲੈਕ ਬੋਰਡ ਦਾ ਰੰਗ ਕਾਲਾ ਹੁੰਦਾ ਹੈ। ਅਧਿਆਪਕ ਨੇ ਇੱਥੇ ਉਦਾਹਰਣ ਲਿਖਿਆ ਕਿ ਬਲੈਕ ਬੋਰਡ ਦਾ ਰੰਗ ਕਾਲਾ ਹੁੰਦਾ ਹੈ। ਤੇ ਦੂਸਰੀ ਆਪਾਂ ਗੱਲ ਕਰਦੇ ਹਾਂ ਦੂਸਰੇ ਦਾ ਕਿ ਚਿੱਟੇ ਕਬੂਤਰ ਉੱਡ ਰਹੇ ਹਨ। ਦੂਸਰਾ ਆਪਾਂ ਗੱਲ ਕਰਦੇ ਹਾਂ ਚਿੱਟੇ ਕਬੂਤਰ ਉੱਡ ਰਹੇ ਹਨ। ਤੇ ਅਧਿਆਪਕ ਨੇ ਇੱਥੇ ਦੋ ਜਿਹੜੇ ਉਦਾਹਰਣ ਹੈ ਜਾਂ ਦੋ ਜਿਹੜੇ ਸੈਂਟੈਂਸ ਉਹ ਲਿਖ ਦਿੱਤੇ ਗਏ ਹਨ। ਹੁਣ ਇਹਦੇ ਵਿੱਚ ਵਿਸ਼ੇਸ਼ਣ ਦੀ ਗੱਲ ਕਰ ਰਹੇ ਕਿ ਅਧਿਆਪਕ ਹੈ ਜਿਹੜਾ ਉਹ ਵਿਸ਼ੇਸ਼ਣ ਇੱਥੇ ਸਿਖਾ ਰਿਹਾ ਹੈਗਾ, ਤਾਂ ਉਹ ਜਿਹੜਾ ਇੱਥੇ ਕੁਝ ਕੁਐਸਚਨ ਪੁੱਛ ਸਕਦਾ, ਕੁਝ ਜਿਹੜੇ ਪ੍ਰਸ਼ਨ ਉਹ ਅਧਿਆਪਕ ਵੱਲੋਂ ਪੁੱਛੇ ਜਾ ਸਕਦੇ ਨੇ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜੇ ਕੁਐਸਚਨ ਨੇ ਉਹ ਕਿਸ ਤਰੀਕੇ ਦੇ ਹੋ ਸਕਦੇ ਨੇ ਇੱਥੇ, ਤਾਂ ਅਧਿਆਪਕ ਦੁਆਰਾ ਪੁੱਛੇ ਗਏ ਪ੍ਰਸ਼ਨ ਜਿਵੇਂ ਪਹਿਲੇ ਵਾਕ ਵਿੱਚ ਜਿਹੜਾ ਨਾਮ ਕਿਹੜਾ ਹੈਗਾ, ਤਾਂ ਬੱਚਿਆਂ ਨੂੰ ਇਹ ਕੁਐਸਚਨਿੰਗ ਹੋਏਗੀ, ਬੱਚਿਆਂ ਨੇ ਆਨਸਰ ਦੇਣਾ ਕਿ ਜਿਹੜਾ ਪਹਿਲਾ ਵਾਕ ਆ ਉਹਦੇ ਵਿੱਚ ਨਾਮ ਕਿਹੜਾ ਹੈ। ਤਾਂ ਹੁਣ ਆਪਾਂ ਇੱਥੇ ਗੱਲ ਕਰਦਾ ਕਿ ਇੱਥੇ ਕਿਹਦੀ ਗੱਲ ਹੋ ਰਹੀ ਆ, ਉੱਥੇ ਬਲੈਕ ਬੋਰਡ ਦੀ ਗੱਲ ਹੋ ਰਹੀ ਆ, ਠੀਕ ਆ। ਉੱਥੇ ਕੀ ਆ, ਜਿਹੜਾ ਬਲੈਕ ਬੋਰਡ ਆ ਉਹ ਕੀ ਆ, ਨਾਮ ਹੈ। ਫਿਰ ਇਹਦੀ ਅੱਗੇ ਵਿਸ਼ੇਸ਼ਣ ਵਾਸਤੇ ਕੀ ਹੈ ਕਿ ਇਸਦੀ ਜਿਹੜੀ ਵਿਸ਼ੇਸ਼ਤਾ ਹੈ ਉਹ ਦੱਸੋ ਕੀ ਆ, ਕਿਉਂਕਿ ਜਿਹੜਾ ਵਿਸ਼ੇਸ਼ਣ ਆ ਉਹ ਕਿਸੇ ਚੀਜ਼ ਦੀ ਵਿਸ਼ੇਸ਼ਤਾ ਹੀ ਦੱਸਦਾ, ਕਿਸੇ ਚੀਜ਼ ਦੀ ਨਹੀਂ, ਉਹ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ ਵਾ। ਤਾਂ ਫਿਰ ਅਧਿਆਪਕ ਦੁਆਰਾ ਪੁੱਛਿਆ ਜਾਊਗਾ ਕਿ ਇਹਦੇ ਵਿੱਚ ਇਸਦੀ ਕੀ ਵਿਸ਼ੇਸ਼ਤਾ ਹੈ। ਇਹਦੀ ਕੀ ਵਿਸ਼ੇਸ਼ਤਾ ਹੈ, ਕਾਲਾ ਰੰਗ ਹੈ ਜਿਹੜਾ ਉਹ ਉਹਦੀ ਵਿਸ਼ੇਸ਼ਤਾ ਹੈ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜਾ ਰੰਗ ਕਾਲਾ ਹੈ, ਕਾਲਾ ਰੰਗ ਕੀ ਹੈ ਉਸਦਾ, ਉਸਦੀ ਜਿਹੜੀ ਵਿਸ਼ੇਸ਼ਤਾ ਹੈ। ਹੁਣ ਸੇਮ ਚੀਜ਼ ਦੂਜੇ ਸੈਂਟੈਂਸ ਵਿੱਚ ਦੇਖੋ, ਤਾਂ ਇਹਦੇ ਵਿੱਚ ਕੀ ਆ, ਅਧਿਆਪਕ ਦੁਆਰਾ ਹੀ ਪੁੱਛੀ ਜਾਏਗਾ ਕਿ ਜਿਹੜਾ ਦੂਸਰਾ ਵਾਕ ਹੈ ਉਹਦੇ ਵਿੱਚ ਨਾਮ ਕੌਣ ਹੈ। ਤਾਂ ਸਿੰਪਲ ਜੀ ਗੱਲ ਆ, ਬੱਚੇ ਦੱਸਣਗੇ ਕਿ ਉਹਦੇ ਵਿੱਚ ਜਿਹੜਾ ਕਬੂਤਰ ਹੈ, ਜਿਹੜੇ ਚਿੱਟੇ ਕਬੂਤਰ ਹੈ ਉਹ ਨਾਮ ਨੇ, ਜਾਂ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਕਬੂਤਰ ਹੈ ਜਿਹੜਾ ਉਹ ਨਾਮ ਹੈ, ਚਿੱਟਾ ਉਹਦੀ ਵਿਸ਼ੇਸ਼ਤਾ ਆ ਗਈ, ਠੀਕ ਹੈ। ਜਿਹੜਾ ਕਬੂਤਰ ਆ ਉਹ ਨਾਮ ਹੈ, ਚਿੱਟਾ ਕੀ ਹੋਊਗੀ, ਇਹਦੀ ਵਿਸ਼ੇਸ਼ਤਾ ਹੋਊਗੀ। ਅਧਿਆਪਕ ਦੁਆਰਾ ਪੁੱਛਿਆ ਜਾਊ ਕਿ ਵਿਸ਼ੇਸ਼ਣ ਸ਼ਬਦ ਕਿਹੜਾ ਹੈਗਾ, ਕਿ ਜੋ ਉਸ ਚੀਜ਼ ਦੀ ਵਿਸ਼ੇਸ਼ਤਾ ਦੱਸ ਰਿਹਾ, ਵਿਸ਼ੇਸ਼ਤਾ ਜਿਹੜਾ ਸ਼ਬਦ ਦੱਸ ਰਿਹਾ, ਕਿਹੜਾ ਸ਼ਬਦ ਦੱਸ ਰਿਹਾ ਹੈਗਾ, ਚਿੱਟਾ ਸ਼ਬਦ ਦੱਸ ਰਿਹਾ ਕਿ ਜਿਹੜੇ ਕਬੂਤਰ ਨੇ ਉਹ ਚਿੱਟਾ ਹੈ। ਤਾਂ ਕੀ ਵਿਸ਼ੇਸ਼ਤਾ ਦੱਸ ਰਿਹਾ ਹੈਗਾ ਕਿ ਜਿਹੜੇ ਚਿੱਟੇ ਰੰਗ ਦੇ ਕਬੂਤਰ ਉਹ ਉੱਡ ਰਹੇ ਨੇ। ਤੇ ਇਸ ਪ੍ਰਕਾਰ ਜਦੋਂ ਅਧਿਆਪਕ ਹੁਣ ਇਸ ਚੀਜ਼ ਨੂੰ ਐਗਜ਼ਾਮਪਲ ਰਾਹੀਂ ਜਿਹੜਾ ਉਹਨੂੰ ਦੱਸੂਗਾ, ਇੱਥੇ ਜਿਹੜਾ ਅਧਿਆਪਕ ਦੁਆਰਾ ਵਿਸ਼ੇਸ਼ਣ ਕਰਵਾਇਆ ਜਾਊਗਾ, ਪਹਿਲਾਂ ਉਹਦੇ ਜਿਹੜੇ ਉਦਾਹਰਣ ਨੇ ਉਹ ਦਿੱਤੇ ਗਏ ਨੇ। ਪਹਿਲਾਂ ਉਹਨੇ ਪੂਰੇ ਸੈਂਟੈਂਸ ਲਿਖੇ ਦਾ ਉਦਾਹਰਣ, ਪਹਿਲਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੇ ਵਿਸ਼ੇਸ਼ਣ ਕੀ ਹੁੰਦਾ, ਕਿ ਜਿਹੜਾ ਵਿਸ਼ੇਸ਼ਣ ਉਹ ਹੁੰਦਾ ਜਿਹੜਾ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸੇ। ਉਸ ਤੋਂ ਬਾਅਦ ਕਿ ਇਹਨੂੰ ਉਦਾਹਰਣ ਲਿਖ ਕੇ ਪੇਸ਼ ਕੀਤਾ ਜਾਵੇ। ਆਗਮਨ ਵਿਧੀ ਵਿੱਚ ਪਹਿਲਾਂ ਉਹਨਾਂ ਨੇ ਉਦਾਹਰਣ ਦਿੱਤੇ ਕਿ ਜਿਹੜਾ ਬਲੈਕ ਬੋਰਡ ਦਾ ਰੰਗ ਹਮੇਸ਼ਾ ਕੀ ਹੁੰਦਾ ਗਾ, ਹਮੇਸ਼ਾ ਨਹੀਂ, ਵੈਸੇ ਇਹਨਾਂ ਨੇ ਬਲੈਕ ਬੋਰਡ ਦਾ ਰੰਗ ਕਾਲਾ ਹੁੰਦਾ ਗਾ। ਤੇ ਇਹਦੇ ਵਿੱਚ ਫਿਰ ਕੀ ਉਹਨਾਂ ਨੇ ਦੱਸਿਆ ਕਿ ਜਿਹੜੇ ਨਾਮ ਆ ਉਹ ਕਿਹੜਾ ਸ਼ਬਦ ਹੈ, ਇਹਦੇ ਵਿੱਚ ਜਿਹੜੀ ਕੀ ਵਿਸ਼ੇਸ਼ਤਾ ਉੱਥੇ ਦੱਸੀ ਗਈ ਹੈ। ਤਾਂ ਜਦੋਂ ਉਹਨਾਂ ਨੂੰ ਵਿਸ਼ੇਸ਼ਤਾ ਪਤਾ ਲੱਗ ਗਈ ਕਿ ਜਿਹੜਾ ਕਾਲਾ ਰੰਗ ਉਹਦੀ ਵਿਸ਼ੇਸ਼ਤਾ ਦੱਸੀ ਹੈ, ਇਟ ਮੀਨਸ ਕੀ ਹੋ ਗਿਆ ਹੈ ਕਿ ਇਹ ਵਿਸ਼ੇਸ਼ਣ ਦੀ ਜਿਹੜੀ ਜਾਣਕਾਰੀ ਅਧਿਆਪਕ ਦੁਆਰਾ ਬੱਚਿਆਂ ਨੂੰ ਦਿੱਤੀ ਗਈ। ਇਸ ਬਦਲੇ ਇਹ ਵਿਧੀ ਮਨੋਵਿਗਿਆਨਿਕ ਮੰਨੀ ਗਈ ਹੈ, ਕਿਉਂਕਿ ਜਿਹੜਾ ਬੱਚਾ ਉਹ ਸੁਭਾਵਿਕ ਢੰਗ ਤਰੀਕੇ ਨਾਲ ਇੱਥੇ
ਸਿੱਖ ਜਾਏਗਾ। ਇੱਥੇ ਜਾਣਕਾਰੀ ਉਹਨਾਂ ਨੇ ਸੁਭਾਵਿਕ ਢੰਗ ਨਾਲ ਸਿੱਖ ਲਈ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਵਿਸ਼ੇਸ਼ਤਾ ਦੱਸਦਾ ਹੈਗਾ ਬਲੈਕ ਬੋਰਡ ਦੀ ਕੀ ਵਿਸ਼ੇਸ਼ਤਾ ਦੱਸੀ ਆ, ਉਹਦੀ ਵਿਸ਼ੇਸ਼ਤਾ ਦੱਸੀ ਹੈ ਕਿ ਉਹਦਾ ਰੰਗ ਕਾਲਾ ਹੁੰਦਾ ਹੈ, ਤਾਂ ਫਿਰ ਅਧਿਆਪਕ ਦੁਆਰਾ ਦੱਸ ਦਿੱਤਾ ਜਾਊਗਾ ਕਿ ਜੋ ਸ਼ਬਦ ਨਾਮ ਦੀ ਵਿਸ਼ੇਸ਼ਤਾ ਦੱਸੇ ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਨੇ। ਜਿਵੇਂ ਕਿ ਬਲੈਕ ਬੋਰਡ ਦੀ ਵਿਸ਼ੇਸ਼ਤਾ ਦੱਸੀ ਹੈ ਕਿ ਇਹਦਾ ਰੰਗ ਕਾਲਾ ਹੁੰਦਾ ਹੈ, ਤਾਂ ਜਿਹੜਾ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਉਹਨੂੰ ਹੀ ਵਿਸ਼ੇਸ਼ਣ ਕਹਿੰਦੇ ਹਨ। ਇਹਨਾਂ ਵਿਧੀਆਂ ਰਾਹੀਂ ਆਗਮਨ ਵਿਧੀ ਰਾਹੀਂ ਬੱਚੇ ਨੂੰ ਇੱਕ ਜਿਹੜਾ ਰੌਚਿਕਤਾਪੂਰਨ ਇਹ ਕੰਮ ਕਰਨ ਨੂੰ ਮਿਲਦਾ ਹੈ। ਉੱਥੇ ਕੀ ਹੈ, ਉਹਨਾਂ ਨੂੰ ਜਿਹੜਾ ਸਿੱਖਿਆ ਵਿਆਕਰਣ ਦੀ ਉਹ ਜਲਦੀ ਤੇ ਆਸਾਨ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਮਿਲ ਸਕਦੀ ਹੈ। ਤਾਂ ਇਹ ਤਾਂ ਗੱਲ ਸੀਗੀ ਸਟੈਪਸ ਦੀ ਕਿ ਕਿਹੜੇ ਸਟੈਪਸ ਰਾਹੀਂ ਅਸੀਂ ਜਿਹੜੀ ਗ੍ਰਾਮਰ ਦੀ ਸਿੱਖਿਆ ਉਹ ਬੱਚਿਆਂ ਨੂੰ ਦੇ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਕਿ ਵਿਆਕਰਣ ਸਿੱਖਿਆ ਨੂੰ ਰੋਚਕ ਤੇ ਸਰਲ ਬਣਾਉਣ ਲਈ ਕਿਹੜੀਆਂ ਜਿਹੜੀਆਂ ਗੱਲਾਂ ਨੇ ਉਹ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਨੇ, ਕਿਹੜੇ ਜਿਹੜੇ ਉਪਾਅ ਨੇ ਉਹ ਕੀਤੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਵਿਆਕਰਣ ਸਿੱਖਿਆ ਦਾ ਜਿਹੜਾ ਆਰੰਭ ਆ ਉਹ ਵਿਵਹਾਰਿਕ ਵਿਆਕਰਣ ਤੋਂ ਕੀਤਾ ਜਾਣਾ ਚਾਹੀਦਾ ਹੈ। ਮਤਲਬ ਅਪਲਾਈਡ ਜਿਹੜੀ ਆਪਾਂ ਗੱਲ ਕੀਤੀ ਸੀ ਗ੍ਰਾਮਰ ਦੀ, ਉਹਦੇ ਰਾਹੀਂ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇੱਥੇ ਜਦੋਂ ਵਿਵਹਾਰਿਕ ਵਿਆਕਰਣ ਦੀ ਗੱਲ ਆਉਂਦੀ ਆ ਤਾਂ ਉੱਥੇ ਪ੍ਰੈਕਟੀਕਲੀ ਜਿਹੜਾ ਕੰਮ ਆ ਉਹ ਕੀਤਾ ਜਾਂਦਾ। ਉੱਥੇ ਜਿਹੜੇ ਨਿਯਮ ਨੇ, ਜਿਹੜੇ ਸੂਤਰ ਨੇ, ਉਹਨੂੰ ਅਪਲਾਈ ਕੀਤਾ ਜਾਂਦਾ ਹੈ। ਇਸ ਵਿੱਚ ਆਪਾਂ ਅਗਰ ਗੱਲ ਕਰੀਏ ਤਾਂ ਇੱਥੇ ਦੇਖਿਆ ਜਾਂਦਾ ਕਿ ਦੈਨਿਕ ਕਾਰਜ ਵਿੱਚ ਉਹਦਾ ਕਿੰਨਾ ਕੁ ਜਿਹੜਾ ਪ੍ਰਯੋਗ ਉਹ ਹੋ ਰਿਹਾ ਹੈਗਾ। ਇਸ ਕਰਕੇ ਜਿਹੜਾ ਵਿਆਕਰਣ ਸਿੱਖਿਆ ਦੀ ਗੱਲ ਹੈ ਸਾਨੂੰ ਉਹ ਵਿਵਹਾਰਿਕ ਤੋਂ ਹੀ ਸਟਾਰਟ ਕਰਨੀ ਚਾਹੀਦੀ ਹੈ। ਦੂਸਰੀ ਗੱਲ ਆ ਜਾਂਦੀ ਹੈ ਕਿ ਜਿਹੜੀ ਵਿਆਕਰਣ ਦੀ ਸਿੱਖਿਆ ਉਹ ਸਾਨੂੰ ਬਹੁਤੀਆਂ ਛੋਟੀਆਂ ਕਲਾਸਾਂ ਤੋਂ ਸ਼ੁਰੂ ਨਹੀਂ ਕਰਨੀ ਚਾਹੀਦੀ। ਬੱਚੇ ਦਾ ਮਾਨਸਿਕ ਪੱਧਰ ਦੇਖਣਾ ਚਾਹੀਦਾ ਹੈ, ਬੱਚੇ ਦੀ ਜਿਹੜੀ ਕਲਾਸ ਦਾ ਪੱਧਰ ਉਹ ਦੇਖਣਾ ਚਾਹੀਦਾ, ਕਿਉਂਕਿ ਜਿਹੜੇ ਛੋਟੀਆਂ ਸ਼੍ਰੇਣੀਆਂ ਵਾਲੇ ਬੱਚੇ ਹੁੰਦੇ ਨੇ ਤਾਂ ਉਹਨਾਂ ਲਈ ਇਹ ਕੰਮ ਕੀ ਆ ਥੋੜਾ ਔਖਾ ਵੀ ਹੁੰਦਾ ਗਾ, ਤੇ ਉਹ ਜਿਹੜੀਆਂ ਵਿਆਕਰਣ ਦੇ ਜਿਹੜੇ ਨਿਯਮ ਨੇ, ਵਿਆਕਰਣ ਦੇ ਜਿਹੜੇ ਸੂਤਰ ਨੇ, ਉਹਨਾਂ ਨੂੰ ਸਮਝਣ ਵਿੱਚ ਟਾਈਮ ਲੱਗਣਾ। ਇਸ ਕਰਕੇ ਉਹਨਾਂ ਦੇ ਜਿਹੜੇ ਮਨ ਤੇ ਬੋਝ ਨਾ ਪਾਇਆ ਜਾਵੇ। ਬੱਚੇ ਦੇ ਮਾਨਸਿਕ ਪੱਧਰ ਤੇ ਉਹਦੀ ਜਿਹੜੀ ਕਲਾਸ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਵਿਆਕਰਣ ਦਾ ਗਿਆਨ ਆ ਉਹ ਬੱਚਿਆਂ ਨੂੰ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ। ਪਾਠ ਪੁਸਤਕ ਵਿੱਚ ਗਦ ਪਾਠ ਵਿਆਕਰਣ ਦੇ ਨਿਯਮਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ ਤਾਂ ਜੋ ਵਿਆਕਰਣ ਨੂੰ ਸਮਵਾਏ ਵਿਧੀ ਨਾਲ ਪੜ੍ਹਾਇਆ ਜਾਵੇ। ਕੋਰਿਲੇਸ਼ਨ ਮੈਥਡ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਆਕਰਣ ਨੂੰ ਪੜ੍ਹਾਇਆ ਜਾਵੇ। ਜਦੋਂ ਆਪਾਂ ਕੋਈ ਵੀ ਵਾਰਤਕ ਪੜ੍ਹ ਰਹੇ ਹਾਂ ਜਾਂ ਕੋਈ ਗਦ ਪੜ੍ਹ ਰਹੇ ਹਾਂ ਤਾਂ ਉਹਦੇ ਰਾਹੀਂ ਵੀ ਅਸੀਂ ਜਿਹੜਾ ਬੱਚੇ ਨੂੰ ਵਿਆਕਰਣ ਦੇ ਜਿਹੜੇ ਨਿਯਮਾਂ ਦੀ ਉਹ ਜਾਣਕਾਰੀ ਦੇ ਸਕਦੇ ਹਾਂ। ਇਸ ਕਰਕੇ ਜਿਹੜਾ ਪਾਠ ਪੁਸਤਕ ਵਿੱਚ ਕੋਈ ਵੀ ਵਾਰਤਕ, ਕਹਾਣੀ, ਕੁਝ ਵੀ ਲਿਖਿਆ ਹੋਇਆ ਉਹਦੇ ਵਿੱਚ ਵਿਆਕਰਣ ਦੇ ਨਿਯਮਾਂ ਦਾ ਜਿਹੜਾ ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ। ਤਾਂ ਜਿਹੜਾ ਵਿਆਕਰਣ ਦੀ ਸਿੱਖਿਆ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਵਧੀਆ ਜਿਹੜਾ ਆਗਮਨ ਵਿਧੀ ਨੂੰ ਮੰਨਿਆ ਗਿਆ। ਤਾਂ ਬੱਚਿਆਂ ਨੂੰ ਜਿਹੜਾ ਵਿਆਕਰਣ ਸਿੱਖਿਆ ਦੇਣ ਲਈ ਸਾਨੂੰ ਆਗਮਨ ਵਿਧੀ ਦਾ ਜਿਹੜਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਤਾਂ ਕਿ ਵਿਦਿਆਰਥੀ ਜਿਹੜੇ ਵਿਆਕਰਣ ਦੇ ਨਿਯਮ ਨੇ ਜਾਂ ਫਿਰ ਵਿਆਕਰਣ ਦੇ ਸੂਤਰ ਉਹ ਚੰਗੇ ਤਰੀਕੇ ਨਾਲ ਸਮਝ ਸਕਣ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਲੋੜ ਅਨੁਸਾਰ ਦੇਖਣ ਤੇ ਸੁਣਨ ਦੇ ਜਿਹੜੇ ਸਾਧਨ ਨੇ, ਜਿਹੜੀਆਂ ਪਾਠ ਸਹਾਇਕ ਸਮੱਗਰੀਆਂ ਹੁੰਦੀਆਂ ਨੇ, ਟੀਚਿੰਗ ਏਡ ਹੁੰਦੀਆਂ ਨੇ, ਉਹਨਾਂ ਦਾ ਜਿਹੜੀ ਵਰਤੋਂ ਉਹ ਕੀਤੀ ਜਾਣੀ ਜ਼ਰੂਰੀ ਹੈ। ਆਪਾਂ ਉਹਦੇ ਵਿੱਚ ਕੋਈ ਚਾਰਟ ਵਗੈਰਾ ਦਾ ਜਿਹੜਾ ਯੂਜ਼ ਹੈ, ਕੋਈ ਚਿੱਤਰ ਵਗੈਰਾ ਦਾ ਜਿਹੜਾ ਯੂਜ਼ ਅਸੀਂ ਕਰ ਸਕਦੇ ਹਾਂ ਤਾਂ ਕਿ ਅਸੀਂ ਵਿਦਿਆਰਥੀਆਂ ਨੂੰ ਸੌਖੇ ਤਰੀਕੇ ਨਾਲ ਤੇ ਇੱਕ ਵਧੀਆ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਵਿਆਕਰਣ ਦੇ ਨਿਯਮਾਂ ਦੀ ਸਿੱਖਿਆ ਉਹ ਦੇ ਸਕੀਏ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਵਿਆਕਰਣ ਵਿਧੀ ਲਈ ਅਸੀਂ ਜੇਕਰ ਖੇਡ ਵਿਧੀ ਦਾ ਪ੍ਰਯੋਗ ਕਰੀਏ ਤਾਂ ਸਾਡੇ ਲਈ ਹੋਰ ਵੀ ਇਹ ਲਾਹੇਵੰਦ ਸਾਬਿਤ ਹੈ ਜਿਹੜੀ ਉਹ ਹੋ ਸਕਦੀ ਹੈ, ਕਿਉਂਕਿ ਇੱਥੇ ਵਿਦਿਆਰਥੀ ਖੇਡ ਵਿੱਚ ਸਿੱਖ ਵੀ ਜਾਣਗੇ ਤਾਂ ਉੱਥੇ ਵਿਦਿਆਰਥੀਆਂ ਨੂੰ ਬਹੁਤਾ ਜ਼ਿਆਦਾ ਜਿਹੜਾ ਮਨ ਤੇ ਬੋਝ ਵੀ ਨਹੀਂ ਆਊਗਾ ਵਿਆਕਰਣ ਸਿੱਖਣ ਵਿੱਚ। ਖੇਡ ਵਿਧੀਆਂ ਕਿਵੇਂ ਆਪਾਂ ਸ਼ਬਦ ਜੋੜ ਵਿਧੀ ਕਹਿ ਸਕਦੇ ਹਾਂ, ਆਪਾਂ ਜਿਹੜੀ ਵਾਕ ਬਣਤਰ ਉਹਦੇ ਵਿੱਚ ਖੇਡ ਵਿੱਚ ਸਿਖਾ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਵਿਧੀਆਂ ਨੇ ਖੇਡ ਰਾਹੀਂ ਜਿਹੜੀਆਂ ਆਪਾਂ ਸਿਖਾ ਸਕਦੇ ਹਾਂ। ਖੇਡ ਵਿੱਚ ਕਈ ਜਿਹੜੀਆਂ ਵਿਧੀਆਂ ਨੇ ਆਪਾਂ ਉਹਦਾ ਵਰਤੋਂ ਕਰਕੇ ਅਸੀਂ ਬੱਚਿਆਂ ਨੂੰ ਜਾਂ ਫਿਰ ਵਿਦਿਆਰਥੀਆਂ ਨੂੰ ਜਿਹੜੀ ਵਿਆਕਰਣ ਦੀ ਸਿੱਖਿਆ ਉਹ ਚੰਗੇ ਤਰੀਕੇ ਨਾਲ ਦੇ ਸਕਦੇ ਹਾਂ। ਦੂਸਰੀ ਗੱਲ, ਅਧਿਆਪਕ ਜੋ ਵੀ ਵਿਆਕਰਣ ਪੜ੍ਹਾ ਰਹੇ ਨੇ, ਵਿਆਕਰਣ ਦੇ ਨਿਯਮਾਂ ਦੀ ਜੋ ਜਾਣਕਾਰੀ ਦੇ ਰਹੇ ਨੇ, ਉਹਨਾਂ ਨੂੰ ਖੁਦ ਵਿਆਕਰਣ ਦੇ ਨਿਯਮਾਂ ਦੀ ਜਿਹੜੀ ਜਾਣਕਾਰੀ ਉਹ ਚੰਗੀ ਤਰ੍ਹਾਂ ਉੱਥੇ ਹੋਣੀ ਜ਼ਰੂਰੀ ਹੈ, ਕਿਉਂਕਿ ਜਿੰਨੀ ਜ਼ਿਆਦਾ ਵਿਆਕਰਣ ਦੀ ਜਾਣਕਾਰੀ ਅਧਿਆਪਕ ਨੂੰ ਹੋਊਗੀ ਉਨੇ ਹੀ ਚੰਗੇ ਤਰੀਕੇ ਨਾਲ ਉਹ ਆਪਣੇ ਵਿਦਿਆਰਥੀਆਂ ਨੂੰ ਜਿਹੜੀ ਵਿਆਕਰਣ ਦੀ ਜਾਣਕਾਰੀ ਉਹ ਮੁਹੱਈਆ ਕਰਵਾ ਸਕਦੇ ਨੇ, ਉਨੇ ਹੀ ਵਧੀਆ ਤਰੀਕੇ ਨਾਲ ਉਹ ਬੱਚਿਆਂ ਨੂੰ ਜਿਹੜੀ ਵਿਆਕਰਣ ਦੀ ਪੜ੍ਹਾਈ ਆ ਉਹ ਜਾਂ ਫਿਰ ਵਿਆਕਰਣ ਦੀ ਜਾਣਕਾਰੀ ਉਹ ਦੇ ਸਕਦੇ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿ
ਵਿਆਕਰਣ ਜਿਹੜੀ ਆਪਾਂ ਪੜ੍ਹਾਉਣੀ ਆ ਉਹ ਬੱਚੇ ਦੇ ਜਿਹੜੇ ਸਿਲੇਬਸ ਅਨੁਸਾਰ ਉਹ ਪੜ੍ਹਾਈ ਜਾਏ। ਅਗਰ ਉਹਦੀ 6ਵੀਂ ਕਲਾਸ ਹੈ ਤਾਂ 6ਵੀਂ ਕਲਾਸ ਵਿੱਚ ਜਿੰਨੀ ਕੁ ਉਹਨੂੰ ਵਿਆਕਰਣ ਉਹਦੇ ਪਾਠਕ੍ਰਮ ਵਿੱਚ ਜਾਂ ਫਿਰ ਪਾਠ ਪੁਸਤਕਾਂ ਵਿੱਚ ਦਿੱਤੀ ਗਈ ਹੈ, ਅਧਿਆਪਕ ਦੁਆਰਾ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਉਹਨੂੰ ਓਨੀ ਹੀ ਜਿਹੜੀ ਗ੍ਰਾਮਰ ਆ, ਓਨੇ ਜਿਹੜੇ ਨਿਯਮਾਂ ਦੀ ਉਹਨੂੰ ਜਾਣਕਾਰੀ ਕਲਾਸ ਦੇ ਅਨੁਸਾਰ ਦੇਣੀ ਹੈ ਤਾਂ ਉਸੇ ਅਨੁਸਾਰ ਉਹਨੂੰ ਉਨੀ ਕੁ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਵਿਦਿਆਰਥੀ ਉੱਤੇ ਵਿਆਕਰਣ ਦੀ ਸਿੱਖਿਆ ਇੱਕ ਬੋਝ ਨਾ ਬਣੇ। ਜਦੋਂ ਸਾਨੂੰ ਲੱਗਦਾ ਹੈ ਕਿ ਵਿਦਿਆਰਥੀਆਂ ਨੇ ਹੁਣ ਇੰਨੀ ਕੁ ਵਿਆਕਰਣ ਸਿੱਖ ਲਈ ਆ ਤਾਂ ਅਸੀਂ ਇੱਕ ਸਟੈਪ ਅੱਗੇ ਚੱਲਣ ਦੀ ਜਦੋਂ ਕੋਸ਼ਿਸ਼ ਕਰਨ ਲੱਗ ਜਾਂਦੇ ਆ ਤਾਂ ਉਹ ਚੀਜ਼ ਕੀ ਆ, ਵਿਦਿਆਰਥੀਆਂ ਲਈ ਇੱਕ ਭਾਰ ਬਣ ਜਾਂਦੀ ਆ। ਇਸ ਕਰਕੇ ਵਿਦਿਆਰਥੀਆਂ ਲਈ ਵਿਆਕਰਣ ਦੀ ਸਿੱਖਿਆ ਕਦੇ ਵੀ ਬੋਝ ਨਾ ਬਣਨ ਦਿੱਤੀ ਜਾਵੇ। ਤਾਂ ਇੱਕ ਜਿਹੜਾ ਸਾਡਾ ਵਿਸ਼ਾ ਵਸਤੂ ਹੈ ਜਾਂ ਫਿਰ ਸਾਡਾ ਸਿਲੇਬਸ ਹੈ ਉਹਦੀ ਮੰਗ ਦੇ ਅਨੁਸਾਰ ਹੀ ਸਾਨੂੰ ਉਨੀ ਕੁ ਜਿਹੜੀ ਵਿਆਕਰਣ ਦੀ ਸਿੱਖਿਆ ਉਹ ਬੱਚੇ ਨੂੰ ਦਿੱਤੀ ਜਾਣੀ ਜ਼ਰੂਰੀ ਹੈ ਤਾਂ ਕਿ ਵਿਦਿਆਰਥੀ ਇੱਕ ਰੁਚੀਪੂਰਨ ਤਰੀਕੇ ਨਾਲ ਇੱਕ ਪੂਰੇ ਜਿਹੜੇ ਇੰਟਰਸਟ ਨਾਲ ਵਿਆਕਰਣ ਦੀ ਜਾਣਕਾਰੀ ਉਹ ਲੈ ਸਕੇ। ਤਾਂ ਅੱਜ ਦਾ ਜਿਹੜਾ ਆਪਾਂ ਟੌਪਿਕ ਸਟਾਰਟ ਕੀਤਾ ਸੀ, ਪਿਛਲੇ ਲੈਕਚਰ ਵਿੱਚ ਆਪਾਂ ਲੈਕਚਰ ਗ੍ਰਾਮਰ, ਟੀਚਿੰਗ ਆਫ ਗ੍ਰਾਮਰ ਸਟਾਰਟ ਕੀਤੀ ਸੀ, ਕਿਹੜੇ ਮੈਥਡ ਰਾਹੀਂ ਅਸੀਂ ਜਿਹੜੀ ਵਧੀਆ ਤਰੀਕੇ ਨਾਲ ਗ੍ਰਾਮਰ ਸਿਖਾ ਸਕਦੇ ਹਾਂ। ਤਾਂ ਆਪਣੇ ਲੈਕਚਰ ਵਿੱਚ ਆਪਾਂ ਕੰਪਲੀਟ ਕਰ ਲਿਆ ਕਿ ਵਿਆਕਰਣ ਕੀ ਹੁੰਦੀ ਹੈ, ਕੀ ਸਾਡੀ ਜ਼ਰੂਰਤ ਹੈ, ਕੀ ਉਹਦੇ ਉਦੇਸ਼ ਹੋਣੇ ਚਾਹੀਦੇ ਨੇ, ਕਿਹੜੀਆਂ ਟਾਈਪਸ ਜਿਹੜੀਆਂ ਵਿਆਕਰਣ ਦੀਆਂ ਹੁੰਦੀਆਂ ਨੇ, ਤੇ ਫਿਰ ਅੱਗੇ ਇਹਦੇ ਕੀ ਸਟੈਪਸ ਹੁੰਦੇ ਨੇ ਵਿਆਕਰਣ ਨੂੰ ਸਿਖਾਉਣ ਲਈ ਅਸੀਂ ਕਿਹੜੀਆਂ ਪ੍ਰਣਾਲੀਆਂ ਨੇ, ਸਟੈਪਸ ਕਹਿ ਲਓ ਜਾਂ ਫਿਰ ਇਹਨਾਂ ਨੂੰ ਮੈਥਡ ਕਹਿ ਲਓ ਕਿ ਆਪਾਂ ਕਿਸ ਵਿਧੀਆਂ ਰਾਹੀਂ ਅਸੀਂ ਵਿਆਕਰਣ ਹੈ ਜਿਹੜੀ ਉਹ ਇੱਕ ਇਫੈਕਟਿਵ ਤਰੀਕੇ ਨਾਲ ਬੱਚਿਆਂ ਨੂੰ ਸਿਖਾ ਸਕਦੇ ਹਾਂ। ਤਾਂ ਅੱਗੇ ਆਪਾਂ ਗੱਲ ਕੀਤੀ ਸੀਗੀ ਕਿ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਵਿਆਕਰਣ ਦੀ ਸਿੱਖਿਆ ਦੇਣ ਸਮੇਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਜਾਂ ਹਰ ਇੱਕ ਅਧਿਆਪਕ ਵੱਲੋਂ ਉਹ ਧਿਆਨ ਵਿੱਚ ਰੱਖੀਆਂ ਜਾਣ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਸੀ, ਜਿਹੜਾ ਟੌਪਿਕ ਸੀਗਾ ਜਿਹੜਾ ਗ੍ਰਾਮਰ ਦਾ, ਉਹ ਟੌਪਿਕ ਇੱਥੇ ਕੰਪਲੀਟ ਹੋ ਰਿਹਾਗਾ। ਨੈਕਸਟ ਲੈਕਚਰ ਵਿੱਚ ਆਪਾਂ ਕੋਈ ਆਪਣਾ ਇੱਕ ਨਵਾਂ ਟੌਪਿਕ ਲੈ ਕੇ ਆਵਾਂਗੇ, ਉਹਦੇ ਬਾਰੇ ਗੱਲ ਕਰਾਂਗੇ। ਤਾਂ ਅੱਜ ਦੇ ਲੈਕਚਰ ਵਿੱਚ ਆਪਣਾ ਇੰਨਾ ਹੀ, ਆਪਾਂ ਲੈਕਚਰ ਇੱਥੇ ਕੰਪਲੀਟ ਕਰਦੇ ਹਾਂ। ਧੰਨਵਾਦ। ਹੈਵ ਅ ਨਾਈਸ ਡੇ।